ਅਕਾਲ ਜੀ। ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਏਐਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ। 10ਵੀਂ ਸ਼੍ਰੇਣੀ ਦੇ ਦੁਹਰਾਈ ਚੱਲੇ ਇੱਕ ਨੰਬਰ ਵਾਲੇ ਪ੍ਰਸ਼ਨ ਦੀ ਸਭ ਅੱਜ ਅਸੀਂ ਭੂਗੋਲ ਦਾ ਤੀਸਰਾ ਪਾਠ ਹੈ ਜੀ, ਭਾਰਤ ਵਿੱਚ ਖੇਤੀਬਾੜੀ ਦਾ ਵਿਕਾਸ। ਤਾਂ ਇਸ ਦੀ ਅਸੀਂ ਦੁਹਰਾਈ ਕਰਾਂਗੇ। ਇਸ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਇੱਕ ਨੰਬਰ ਵਾਲੇ ਮਹੱਤਵਪੂਰਨ ਪ੍ਰਸ਼ਨ ਲੈ ਕੇ ਆਏ ਹਾਂ। ਤਾਂ ਸਭ ਤੋਂ ਪਹਿਲਾ ਪ੍ਰਸ਼ਨ ਹੈ, ਖੇਤੀਬਾੜੀ ਕੀ ਹੈ? ਫਸਲਾਂ ਨੂੰ ਉਗਾਉਣ ਦੀ ਕਲਾ ਅਤੇ ਵਿਗਿਆਨ। ਫਸਲਾਂ ਨੂੰ ਉਗਾਉਣ ਦੀ ਕਲਾ ਅਤੇ ਵਿਗਿਆਨ ਨੂੰ ਅਸੀਂ ਕੀ ਹੈ, ਖੇਤੀਬਾੜੀ ਨਾਲ ਪਰਿਭਾਸ਼ਿਤ ਕਰਦੇ ਹਾਂ। ਭਾਰਤ ਦਾ ਕੋਈ ਇੱਕ ਭੂਮੀ ਸੁਧਾਰ ਦੱਸੋ। ਤਾਂ ਕਾਸ਼ਤਕਾਰੀ ਪ੍ਰਥਾ ਵਿੱਚ ਸੁਧਾਰ, ਜਿਹੜੀ ਕਾਸ਼ਤਕਾਰੀ ਪ੍ਰਥਾ ਸੀ ਉਹਦੇ ਵਿੱਚ ਸੁਧਾਰ ਕਰਨਾ ਭਾਰਤ ਦਾ ਇੱਕ ਭੂਮੀ ਸੁਧਾਰ ਹੈ। ਭਾਰਤੀ ਖੇਤੀਬਾੜੀ ਵਿਕਾਸ ਲਈ ਇੱਕ ਉਪਾਅ ਦੱਸੋ। ਸਿੰਜਾਈ ਸਹੂਲਤਾਂ ਵਿੱਚ ਵਾਧਾ। ਤਾਂ ਅਸੀਂ ਦੇਖਦੇ ਹਾਂ ਕਿ ਹੌਲੀ ਹੌਲੀ ਜਿਹੜੀਆਂ ਸਿੰਜਾਈ ਸਹੂਲਤਾਂ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ, ਜਿਸ ਨਾਲ ਭਾਰਤੀ ਖੇਤੀਬਾੜੀ ਦਾ ਵਿਕਾਸ ਹੋਣਾ ਹੋਰ ਜ਼ਿਆਦਾ ਹੋ ਰਿਹਾ ਹੈ। ਭਾਰਤੀ ਖੇਤੀਬਾੜੀ ਦੇ ਪਛੜੇਪਣ ਦਾ ਕਾਰਨ ਦੱਸੋ। ਤੇ ਛੋਟੇ ਖੇਤਾਂ ਦਾ ਆਕਾਰ ਆ ਜਿਹੜਾ ਛੋਟਾ ਹੋਣਾ। ਤਾਂ ਸਮੇਂ ਦੇ ਨਾਲ ਨਾਲ ਜਿਸ ਤਰ੍ਹਾਂ ਜਨਸੰਖਿਆ ਦਾ ਦਬਾਅ ਵੱਧ ਰਿਹਾ ਹੈ, ਉਸੇ ਤਰ੍ਹਾਂ ਜਿਹੜਾ ਇਹ ਖੇਤਾਂ ਦਾ ਆਕਾਰ ਹੈ, ਜੋਤਾਂ ਦਾ ਆਕਾਰ ਕਰੋ, ਖੇਤਾਂ ਦਾ ਆਕਾਰ ਹੈ ਜਿਹੜਾ ਛੋਟਾ ਹੋ ਰਿਹਾ ਹੈ। ਅੱਗੇ ਤੋਂ ਅੱਗੇ ਜਿਹੜੇ ਖੇਤ ਆ ਉਹ ਵੰਡੇ ਜਾ ਰਹੇ ਪਰਿਵਾਰਾਂ ਦੇ ਵਿੱਚ, ਜਿੱਥੇ ਅੱਗੇ ਕਿਸੇ ਇੱਕ ਇਨਸਾਨ ਦੇ ਕੋਲ 4 ਖੇਤ ਸੀਗੇ, ਅੰਦਾਜ਼ਾ ਲਗਾਓ ਹੁਣ ਉਸਦੇ ਅੱਗੇ ਪੁੱਤਰ 2 ਤਾਂ ਉਹਨਾਂ ਨੂੰ 2 ਜਿਹੜੇ 5-5 ਖੇਤ ਵੰਡੇ ਗਏ। ਇਸ ਤਰ੍ਹਾਂ ਜਿਹੜੀ ਖੇਤਾਂ ਦਾ ਆਕਾਰ ਛੋਟਾ ਹੋ ਰਿਹਾ, ਜਿਹਦੇ ਨਾਲ ਭਾਰਤ ਦੀ ਜਿਹੜੀ ਖੇਤੀ ਹੈ ਪਛੜਾਪਣ ਇੱਕ ਵੱਡਾ ਕਾਰਨ ਹੈ। ਔਰ ਇਸ ਦੇ ਉਲਟ ਅਗਰ ਅਸੀਂ ਗੱਲ ਕਰੀਏ ਬਾਹਰਲੇ ਦੇਸ਼ਾਂ ਦੀ, ਤਾਂ ਵੱਡੇ ਉੱਥੇ ਖੇਤਾਂ ਦਾ ਜਿਹੜਾ ਆਕਾਰ ਉਹਨਾਂ ਦਾ ਕਈ ਏਕੜ 100 ਦੇ ਹਿਸਾਬ ਨਾਲ ਏਕੜ ਦੀ ਜ਼ਮੀਨ ਹੈ। ਇਸ ਕਰਕੇ ਉੱਥੇ ਮਸ਼ੀਨਰੀ ਢੰਗ ਦੇ ਨਾਲ, ਟੈਕਨੋਲੋਜੀ ਦੇ ਨਾਲ ਸਾਰਾ ਕਾਰੋਬਾਰ ਕੀਤਾ ਜਾਂਦਾ। ਇਸ ਕਰਕੇ ਉੱਥੇ ਜਿਹੜਾ ਵਿਕਾਸ ਦੀ ਦਰ ਸਾਡੇ ਨਾਲੋਂ ਵੱਧ ਹੈ। ਹਰੀ ਕ੍ਰਾਂਤੀ ਦਾ ਸਿਹਰਾ ਕਿਸ ਨੂੰ ਦਿੱਤਾ ਜਾਂਦਾ? ਡਾਕਟਰ ਨੋਰਮਨ ਬੋਰਲੋਗ ਅਤੇ ਡਾਕਟਰ ਐਮ.ਐਨ. ਸਵਾਮੀਨਾਥਨ। ਇਹ ਮਹੱਤਵਪੂਰਨ ਹੈ ਜੀ, ਇਹ ਅਸੀਂ ਨਾਮ 2 ਯਾਦ ਰੱਖਣੇ ਆ। ਹਰੀ ਕ੍ਰਾਂਤੀ ਦਾ ਸਿਹਰਾ ਇਹਨਾਂ ਦੋਨਾਂ ਦੇ ਸਿਰ ਤੇ ਜਾਂਦਾ। ਭਾਰਤ ਵਿੱਚ ਹਰੀ ਕ੍ਰਾਂਤੀ ਲਈ ਜ਼ਿੰਮੇਵਾਰ ਇੱਕਤਾ ਦੱਸੋ। ਆਧੁਨਿਕ ਖੇਤੀਬਾੜੀ ਔਜ਼ਾਰਾਂ ਦੀ ਵਰਤੋਂ, ਰਸਾਇਣਿਕ ਖਾਦਾਂ ਦੀ ਵਰਤੋਂ। ਠੀਕ ਹੈ, ਭਾਰਤ ਵਿੱਚ ਜਿਹੜੀ ਕਿ ਜ਼ਿੰਮੇਵਾਰ ਤੱਤ ਜਿਹੜੀ ਕਿ ਹਰੀ ਕ੍ਰਾਂਤੀ ਆਈ ਕਿਵੇਂ, ਕਿਹੜੀਆਂ ਚੀਜ਼ਾਂ ਦੇ ਕਾਰਨ ਜਿਹੜੀ ਹਰੀ ਕ੍ਰਾਂਤੀ ਸੰਭਵ ਹੋ ਸਕੀ। ਉਹਦੇ ਵਿੱਚੋਂ ਇੱਕ ਸੀਗਾ ਆਧੁਨਿਕ ਖੇਤੀਬਾੜੀ ਔਜ਼ਾਰਾਂ, ਯਾਨੀ ਕਿ ਖੇਤੀਬਾੜੀ ਦੇ ਨਵੇਂ ਢੰਗਾਂ ਦੀ ਵਰਤੋਂ ਕਰਨ ਨਾਲ। ਹਰੀ ਕ੍ਰਾਂਤੀ ਦਾ ਇੱਕ ਦੋਸ਼ ਕੁਝ ਫਸਲਾਂ ਤੱਕ ਸੀਮਿਤ। ਜਿਹੜੇ ਹਰੀ ਕ੍ਰਾਂਤੀ ਦੇ ਦੋਸ਼ ਦੀ ਗੱਲ ਕੀਤੀ ਜਾਵੇ ਤਾਂ ਇਹ ਕੁਝ ਫਸਲਾਂ ਤੱਕ ਸੀਮਿਤ ਸੀ, ਜਿਵੇਂ ਕਿ ਕਣਕ ਅਤੇ ਚਾਵਲ। ਖਾਸ ਕਰਕੇ ਮੁੱਖ ਜਿਹੜੀਆਂ ਫਸਲਾਂ ਵੱਲ ਲੋਕਾਂ ਦਾ ਧਿਆਨ ਖਿੱਚਿਆ ਗਿਆ, ਕਿਸਾਨਾਂ ਦਾ ਧਿਆਨ ਜਿਹੜਾ ਇਹ 2 ਮੁੱਖ ਫਸਲਾਂ ਵੱਲ ਖਿੱਚਿਆ ਗਿਆ। ਬਾਕੀ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਉਹਨਾਂ ਨੇ ਬੀਜਣੀਆਂ ਘੱਟ ਕਰ ਦਿੱਤੀਆਂ, ਜਿਸ ਕਾਰਨ ਕਿ ਉਹਨਾਂ ਦੀ ਜਿਹੜੀ ਮਹਿੰਗਾਈ ਹੋਈ ਔਰ ਉਹਨਾਂ ਦੀ ਖਪਤ ਜਿਹੜੀ ਉਹ ਵੱਧ ਗਈ, ਪਰ ਉਹਨਾਂ ਦੀ ਜੋ ਉਤਪਾਦਨ ਦਰ ਸੀ ਉਹ ਘੱਟ ਗਈ। ਤਾਂ ਇਹ ਇੱਕ ਨੁਕਸਾਨ ਸੀਗਾ ਕੁਝ ਫਸਲਾਂ। ਹਰੀ ਕ੍ਰਾਂਤੀ ਕਦੋਂ ਆਈ ਸੀ? ਤਾਂ 1966-67 ਦਾ ਸਾਲ ਸੀ ਜਿਹੜਾ ਹਰੀ ਕ੍ਰਾਂਤੀ ਦਾ ਸਾਲ ਮੰਨਿਆ ਗਿਆ। ਭਾਰਤੀ ਰਾਸ਼ਟਰੀ ਆਮਦਨ ਵਿੱਚ ਖੇਤੀਬਾੜੀ ਦਾ ਮੁੱਖ ਅੰਸ਼ ਕਿੰਨਾ ਹੈ? ਭਾਰਤੀ ਰਾਸ਼ਟਰੀ ਆਮਦਨ ਵਿੱਚ ਖੇਤੀਬਾੜੀ ਦਾ ਮੁੱਖ ਅੰਸ਼ ਹੈ ਜੋ 15.3%। ਹਰੀ ਕ੍ਰਾਂਤੀ ਕੀ ਹੈ? ਇੱਕ ਖੇਤੀਬਾੜੀ ਨੀਤੀ ਜਿਸ ਦੇ ਉਪਯੋਗ ਫਸਲਾਂ ਦੇ ਉਤਪਾਦਨ ਨੂੰ ਵਧਾਉਣ ਲਈ ਕੀਤਾ ਜਾਂਦਾ ਹੈ। ਹਰੀ ਕ੍ਰਾਂਤੀ ਕੀ ਹੈ? ਇੱਕ ਖੇਤੀਬਾੜੀ ਨੀਤੀ ਹੈ ਜਿਸ ਦਾ ਉਪਯੋਗ ਕੀਤਾ ਫਸਲਾਂ ਦੇ ਉਤਪਾਦਨ ਨੂੰ ਵਧਾਉਣ ਦੇ ਲਈ, ਜਿਸ ਦਾ ਉਪਯੋਗ ਕੀਤਾ ਜਾਂਦਾ। ਠੀਕ ਹੈ, ਤੇ ਵੈਸੇ ਅਸੀਂ ਅਗਰ ਡੈਫੀਨੇਸ਼ਨ ਲਿਖੀਏ ਕਿ ਹਰੀ ਕ੍ਰਾਂਤੀ ਤੋਂ ਕੀ ਭਾਵ ਹੈ, ਤਾਂ ਖਾਸ ਕਰਕੇ ਜੋ 1966-67 ਦੇ ਵਿੱਚ ਹਰੀ ਕ੍ਰਾਂਤੀ ਆਈ, ਫਸਲਾਂ ਦੇ ਉਤਪਾਦਨ ਵਿੱਚ ਕਹਿੰਦੇ ਹੈਰਾਨੀਜਨਕ ਵਾਧਾ ਹੋਇਆ, ਖਾਸ ਕਰਕੇ ਚਾਵਲ ਔਰ ਕਣਕ ਦੇ ਵਿੱਚ। ਤਾਂ ਇਸ ਕਰਕੇ ਉਸ ਸਾਲਾਂ ਨੂੰ ਕਿਹੜਾ ਹਰੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ। 11 ਨੰਬਰ ਪ੍ਰਸ਼ਨ ਅਸੀਂ ਪੜ੍ਹੀਏ, ਭਾਰਤ ਵਿੱਚ ਹਰੀ ਕ੍ਰਾਂਤੀ ਦਾ ਕੀ ਪ੍ਰਭਾਵ ਪਿਆ? ਤਾਂ ਕਿਸਾਨਾਂ ਦੀ ਦਸ਼ਾ ਵਿੱਚ ਸੁਧਾਰ ਹੋਇਆ। ਨੈਚੁਰਲੀ ਜਦੋਂ ਫਸਲਾਂ ਦੇ ਵਿੱਚ ਪੈਦਾਵਾਰ ਵਧੇਗੀ ਤਾਂ ਉਹਨਾਂ ਨੂੰ ਬੀਜਣ ਵਾਲੇ ਜੋ ਲੋਕ ਆ, ਜੋ ਕੰਮ ਕਰਨ ਵਾਲੇ, ਉਹਨਾਂ ਦੀ ਦਸ਼ਾ ਵਿੱਚ ਸੁਧਾਰ ਆਉਣਾ ਹੀ ਹੈ। ਉਹਨਾਂ ਕੋਲੇ ਪੈਸਾ ਵਧਿਆ, ਉਹਨਾਂ ਦਾ ਵਿਕਾਸ ਹੋਇਆ। ਭਾਰਤੀ ਖੇਤੀ ਦੇ ਪਛੜੇਪਣ ਨੂੰ ਦੂਰ ਕਰਨ ਦੇ 2 ਉਪਾਅ। ਹੁਣ ਪਛੜੇਪਣ ਨੂੰ ਕਿੱਦਾਂ ਦੂਰ ਕੀਤਾ ਜਾ ਸਕਦਾ ਹੈ? ਵਿਗਿਆਨਿਕ ਖੇਤੀ ਦਾ ਪਸਾਰ ਹੋਵੇ, ਭੂਮੀ ਸੁਧਾਰ ਹੋਵੇ, ਯਾਨੀ ਕਿ ਭੂਮੀ ਦੇ ਵਿੱਚ ਕਈ ਪ੍ਰਕਾਰ ਦੀਆਂ ਜਿਹੜੀਆਂ ਉਣਤਾਂ ਰਹਿ ਗਈਆਂ ਉਹਨਾਂ ਦਾ ਸੁਧਾਰ ਕੀਤਾ ਜਾਵੇ। ਔਰ ਵਿਗਿਆਨਿਕ ਖੇਤੀ ਦਾ ਪਸਾਰ, ਯਾਨੀ ਕਿ ਵਿਗਿਆਨਿਕ ਢੰਗਾਂ ਦੇ ਨਾਲ ਜਿਹੜੀ ਖੇਤੀ ਕੀਤੀ ਜਾਂਦੀ ਹੈ। ਚੱਕਬੰਦੀ ਤੋਂ ਕੀ ਭਾਵ ਹੈ? ਚੱਕਬੰਦੀ ਉਹ ਕਿਰਿਆ ਹੈ ਜਿਸ ਦੁਆਰਾ ਕਿਸਾਨਾਂ ਨੂੰ ਇਸ ਗੱਲ ਲਈ ਮਨਾਇਆ ਜਾਂਦਾ ਹੈ ਕਿ ਉਹ ਆਪਣੇ ਇੱਧਰ ਉੱਧਰ ਖਿਲਰੇ ਹੋਏ ਖੇਤਾਂ ਦੇ ਬਦਲੇ ਉਸ ਵਿੱਚ ਉਸੇ ਕਿਸਮ ਅਤੇ ਕੁੱਲ ਓਨੇ ਹੀ ਆਕਾਰ ਦੇ 1 ਜਾਂ 2 ਖੇਤ ਲੈ ਲੈਣ। ਯਾਨੀ ਕਿ ਚੱਕਬੰਦੀ ਇੱਕ ਇਸ ਤਰ੍ਹਾਂ ਦੀ ਵਿਵਸਥਾ ਹੈ ਜਿਸ ਵਿੱਚ ਕੀ ਹੈ, ਜਿਸ ਤਰ੍ਹਾਂ ਇੱਕ ਕਿਸਾਨ ਹੈ ਉਸਦੇ 5 ਖੇਤ ਮੰਨ ਲਓ ਵੀ, ਔਰ ਕਿਸੇ ਮੰਨ ਲਓ 5 ਖੇਤ ਜਿਹੜੇ ਹੋਰ ਕਿਸੇ ਪਿੰਡ ਆ ਔਰ 5 ਖੇਤ ਹੋਰ ਕਿਸੇ ਪਿੰਡ ਆ। ਚੱਕਬੰਦੀ ਇੱਕ ਐਸੀ ਪ੍ਰਕਿਰਿਆ ਜਿਹਦੇ ਵਿੱਚ ਕੀ ਆ, ਜਿਹੜੀ ਉਹ ਦੂਸਰੇ ਖੇਤ ਵਾਲੀ ਜ਼ਮੀਨ ਆ ਉਸ ਨੂੰ ਇੱਕੇ ਜਗ੍ਹਾ, ਜਿਹੜੇ ਉਹ 2 ਖੇਤਰ ਅਲੱਗ-ਅਲੱਗ ਆ, ਉਹਨਾਂ ਨੂੰ ਇੱਕੇ ਜਗ੍ਹਾ ਇਕੱਠਾ ਕਰਨ ਲਈ ਉਹਨਾਂ ਨੂੰ ਸਹਿਮਤ ਕੀਤਾ ਜਾਂਦਾ ਵੀ ਤੁਹਾਡੀ ਅਗਰ ਇੱਕ ਜਗ੍ਹਾ ਤੇ ਜ਼ਮੀਨ ਹੋਏਗੀ ਤਾਂ ਤੁਹਾਨੂੰ ਉਸ ਦਾ ਲਾਭ ਹੋਏਗਾ, ਉਸ ਦੀ ਸਿੰਚਾਈ ਕਰਨੀ, ਉਸ ਦੀ ਵਹਾਈ ਕਰਨੀ, ਯਾਨੀ ਕਿ ਉਸ ਦੇ ਨੈਚੁਰਲੀ ਜਦ ਫਸਲਾਂ ਇੱਕ ਜਗ੍ਹਾ ਤੇ ਤੁਹਾਡੇ ਖੇਤ ਹੋਣਗੇ ਤਾਂ ਤੁਹਾਨੂੰ ਉਸ ਦਾ ਕਾਫੀ ਜ਼ਿਆਦਾ ਲਾਭ ਹੋਊਗਾ। ਇਹ ਚੱਕਬੰਦੀ ਪ੍ਰਕਿਰਿਆ ਜਿਸ ਨਾਲ ਕਿਸਾਨਾਂ ਨੂੰ ਇਸ ਗੱਲ ਲਈ ਮਨਾਇਆ ਜਾਂਦਾ ਕਿ ਆਪਣੇ ਇੱਧਰ ਉੱਧਰ ਖਿਲਰੇ ਖੇਤ, ਯਾਨੀ ਕਿ ਅਲੱਗ-ਅਲੱਗ ਜਗ੍ਹਾ ਤੇ ਜਿਹੜੇ ਖੇਤ ਆ ਉਹਨਾਂ ਨੂੰ ਇੱਕ ਆਕਾਰ ਦੇ ਜਾਂ ਇੱਕ ਹੀ ਖੇਤ ਉਹਨਾਂ ਦਾ ਬਣਾਉਣ ਦੇ ਲਈ 1 ਜਾਂ 2 ਖੇਤਾਂ ਦੇ ਵਿੱਚ ਹੀ ਉਹਨਾਂ ਨੂੰ ਤਬਦੀਲ ਕੀਤਾ ਜਾਂਦਾ। ਹਰੀ ਕ੍ਰਾਂਤੀ ਦਾ ਕੋਈ ਇੱਕ ਲਾਭ ਤਾਂ ਬਹੁਤ ਸਾਰੇ ਨੇ। ਅਨਾਜ ਦੇ ਉਤਪਾਦਨ ਵਿੱਚ ਵਾਧਾ ਹੋਇਆ,
ਸਭ ਤੋਂ ਵੱਡਾ ਲਾਭ ਤਾਂ ਇਹੀ ਹੈ। ਹਰੀ ਕ੍ਰਾਂਤੀ ਦਾ ਕੋਈ ਇੱਕ ਦੋਸ਼ ਅਸੀਂ ਉੱਪਰ ਵੀ ਪੜ੍ਹ ਕੇ ਆਏ, ਸਿਰਫ ਵੱਡੇ ਕਿਸਾਨਾਂ ਤੱਕ ਹੀ ਲਾਭ ਆਏ, ਔਰ ਇੱਕ ਅਸੀਂ ਇਸ ਦੇ ਵਿੱਚ ਪੜ੍ਹਿਆ ਸੀ ਵੀ ਕੁਝ ਜਿਹੜਾ ਇਹ ਕੁਝ ਫਸਲਾਂ ਤੱਕ ਹੀ ਸੀਮਿਤ ਰਿਹਾ। HIV ਦਾ ਵਿਸਤਾਰ ਰੂਪ ਕੀ ਹੈ? ਹਾਈ ਈਟਿੰਗ ਵੈਰਾਈਟੀ ਸੀਡਸ, ਤਾਂ ਇਹ ਉੱਚ ਕੁਆਲਿਟੀ ਦੇ ਬੀਜ ਦੇ ਨਾਲ ਸੰਬੰਧਿਤ ਹੈ। ਕਿਹੜਾ ਦੇਸ਼ ਦਾਲਾਂ ਦਾ ਸਭ ਤੋਂ ਵੱਧ ਉਤਪਾਦਕ ਹੈ? ਤੇ ਭਾਰਤ ਹੈ ਜਿਹੜਾ ਦਾਲਾਂ ਦਾ ਸਭ ਤੋਂ ਵੱਡਾ ਉਤਪਾਦਕ ਹੈ। ਭਾਰਤ ਵਿੱਚ ਕਿੰਨੇ % ਜਨਸੰਖਿਆ ਆਪਣੀ ਜੀਵਕਾਰੀ ਖੇਤੀਬਾੜੀ ਤੇ ਨਿਰਭਰ ਕਰਦੀ ਹੈ? ਲਗਭਗ 48.9% ਜਨਸੰਖਿਆ, ਯਾਨੀ ਕਿ ਲਗਭਗ ਅਸੀਂ ਇਸ ਨੂੰ ਸਿੱਧਾ ਬੋਲ ਸਕਦੇ ਹਾਂ 98% ਜਿਹੜੀ 49% ਜਿਹੜੀ ਜਨਸੰਖਿਆ ਹੈ 48.9% ਜਨਸੰਖਿਆ ਜਿਹੜੀ ਉਹ ਕੀ ਹੈ ਖੇਤੀਬਾੜੀ ਤੇ ਨਿਰਭਰ ਕਰਦੀ ਹੈ। ਇਹ ਕੁਝ ਪ੍ਰਸ਼ਨ ਹੈ, ਇਹਨਾਂ ਦਾ ਅਭਿਆਸ ਕਰਨਾ ਨਾਲ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ ਤੁਹਾਨੂੰ ਜਿਹੜਾ ਗੂਗਲ ਲਿੰਕ ਜਿਹੜਾ ਗੂਗਲ ਫਾਰਮ ਹੈ ਇਸਦਾ ਉਹ ਵੀ ਨਾਲ ਸੈਂਡ ਕੀਤਾ ਜਾਵੇ ਤਾਂ ਸਭ ਨੇ ਇਸਦਾ ਅਭਿਆਸ ਕਰਨਾ। ਬਹੁਤ ਬਹੁਤ ਧੰਨਵਾਦ, ਔਰ ਵੱਧ ਤੋਂ ਵੱਧ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਹਰੇਕ ਵੀਡੀਓ ਤੱਕ ਇਸੇ ਤਰ੍ਹਾਂ ਪਹੁੰਚ ਰਹੇ। ਦੁਹਰਾਈ ਦੇ ਲਈ ਚੈਨਲ ਤੇ ਬਣੇ ਰਹੋ ਤਾਂ ਕਿ ਹਰ ਰੋਜ਼ ਦੁਹਰਾਈ ਕਰੋ। ਜਿਸ ਤਰ੍ਹਾਂ ਤੁਹਾਡੇ ਪੇਪਰ ਨੇੜੇ ਆ ਰਹੇ ਨੇ, ਐਗਜ਼ਾਮ ਨੇੜੇ ਆ ਰਹੇ ਨੇ, ਪੰਜਾਬ ਬੋਰਡ ਸਿੱਖਿਆ ਸਕੂਲ ਦੇ ਜਿੰਨੇ ਵੀ ਬੱਚੇ ਆ ਉਹ ਚੰਗੀ ਤਰ੍ਹਾਂ ਦੁਹਰਾਈ ਕਰਨ ਤਾਂ ਕਿ ਜਿਹੜੇ ਚੰਗੇ ਤੋਂ ਚੰਗੇ ਔਰ ਵਧੀਆ ਨੰਬਰ ਸਾਡੇ ਇਸ